ਸਾਡੀ ਇੰਡਸਟਰੀ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੈਗੀਆਂ। ਬੇਸਿਕਲੀ ਸਾਡੀ ਜਿਹੜੀ ਇੰਡਸਟਰੀ ਆ ਇਹ ਅਸੀਂ ਫੈਬਰਿਕੇਟਰ ਕਰਦੇ ਆ ਸਾਰੀ ਹੌਜ਼ਰੀ ਇੰਡਸਟਰੀ ਨੂੰ, ਗਾਰਮੈਂਟ ਮੈਨੂਫੈਕਚਰਰਸ ਨੂੰ, ਆਲ ਓਵਰ ਇੰਡੀਆ ਅਸੀਂ ਕੇਟਰ ਕਰਦੇ ਆ। ਸਾਡੇ ਲੋਕਾਂ ਕੋਲ ਜ਼ਿਆਦਾ ਜਿਹੜੀਆਂ ਵੈਸੇ ਇੱਕ ਤਾਂ ਵੈਸੇ ਹੀ ਮੌਸਮ ਦੇ ਕਾਰਨ ਐਤਕੀ ਬਹੁਤ ਜ਼ਿਆਦਾ ਹੋਇਆ ਤੇ ਫੈਬਰਿਕ ਨਹੀਂ ਬਹੁਤ ਜ਼ਿਆਦਾ ਵਿਕ ਰਹੀਆਂ। दूसरा कुछ रिसैशन बाहर यूरोप USA रिसैशन है, ਇੱਦਾਂ ਸਰਕਾਰਾਂ ਧਿਆਨ ਤਾਂ ਦਿੰਦੀਆਂ ਮਗਰ ਇੰਨੀ ਜ਼ਿਆਦਾ ਵਾਸਟ ਹੁੰਦੀ ਹੈ ਇੰਪੋਰਟ, ਪਲੱਸ ਇੰਨੀਆਂ ਕਿ ਜ਼ਿਆਦਾ ਪੋਰਟਸ ਦੇ ਉੱਤੇ ਹੈਗਾ ਅਤੇ ਸਰਕਾਰ ਮਨਿਊਟਲੀ ਛੋਟੀ ਛੋਟੀ ਚੀਜ਼ ਨਹੀਂ ਦੇਖ ਪਾਉਂਦੀ। ਅਸੀਂ ਬਹੁਤ ਵਾਰੀ ਅਪਰੋਚ ਕੀਤਾ ਅਤੇ ਅੰਡਰ ਇਨਵਾਇਸ ਨਹੀਂ ਹਟ ਪਾਈ। ਲੋਕ ਮੋਸਟਲੀ ਜਿਹੜੇ ਟਰੇਡਰ ਹੈਗੇ ਆ ਇਹ ਇੰਪੋਰਟ ਕਰਦੇ ਆ, ਇਹ ਗਲਤ ਤਰੀਕੇ ਦੇ ਨਾਲ ਅੰਡਰ ਵੀ ਕਰ ਲੈਂਦੇ ਆ, ਮਿਸ ਡੈਕਲੇਰੇਸ਼ਨ ਵੀ ਹੁੰਦਾ, ਬਹੁਤ ਕੁਛ ਹੁੰਦਾ ਆ ਅਤੇ ਉਹਦੇ ਵਾਸਤੇ ਅਸੀਂ ਕਈ ਵਾਰੀ ਬਹੁਤ ਸੁਝਾਅ ਦਿੱਤੇ ਆ। ਹੁਣ ਵੀ ਪਿੱਛੇ ਅਸੀਂ ਮਿਲੇ ਆ ਕਾਮਰਸ ਮਿਨਿਸਟਰੀ, ਅਸੀਂ ਉਹਨਾਂ ਨੂੰ ਸੁਝਾਅ ਦਿੱਤੇ ਆ ਵੀ ਜਾਂ ਤਾਂ ਤੁਸੀਂ ਸਾਰੀ ਜਿੰਨੀ ਫੈਬਰਿਕ ਆਉਂਦੇ ਆ ਉਹਦੇ ਉੱਤੇ 20 ਤੋਂ 25% ਡਿਊਟੀ ਕਰ ਦਿਓ। ਮਿਸ ਡੈਕਲੇਰੇਸ਼ਨ ਇਸ ਤਰ੍ਹਾਂ ਹੁੰਦਾ ਕਿ ਕਾਟਨ, ਉਹ ਕਹਿੰਦੇ ਕਾਟਨ ਸਸਤੀ ਆਈਟਮ ਹੈ, ਮਗਰ ਬਹੁਤ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਹੈਗੀਆਂ ਉਹਨੇ ਵੀ ਕਿਸੇ ਵੇਲੇ ਕਾਟਨ ਸਸਤੀ ਹੁੰਦੀ ਸੀ, ਇੱਕ ਆਮ ਜਨਤਾ ਦੀ ਆਈਟਮ ਹੁੰਦੀ ਸੀ। ਅੱਜ ਬਲਕਿ ਕਾਟਨ ਤਾਂ ਲਗਜ਼ਰੀ ਹੋ ਗਈ। ਜ਼ਿਆਦਾ ਜਿੰਨਾ ਵੀ ਇਹੋ ਜਿਹਾ ਕੰਮ ਹੈ ਚਾਈਨਾ ਤੋਂ ਆਉਂਦਾ ਆ, ਉਹ ਘਟੀਆ ਕੁਆਲਿਟੀ ਹੁੰਦੀ ਆ, ਘਟੀਆ ਸਟਾਕ ਲਾਟ ਲੈ ਆਉਂਦੇ ਆ ਲੋਕ। ਔਰ ਦੂਸਰੀ ਚੀਜ਼ ਉਹ ਜਿਹੜਾ ਅਸੀਂ ਕੈਪ ਇਹ ਕਹਿੰਦੇ ਆ ਵੀ ਉਹਦੀ ਵੈਲਿਊ ਫਿਕਸ ਕਰਤੀ ਜਾਵੇ ਵੀ ਇੰਨੀ ਵੈਲਿਊ ਤੋਂ ਥੱਲੇ ਜਿਹੜਾ ਫੈਬਰਿਕ ਆਉਂਦਾ ਉਹ 'ਤੇ ਅਸੀਂ 25% ਡਿਊਟੀ ਲਵਾਂਗੇ ਜਾਂ 100 ਰੁਪਏ ਕਿਲੋ ਲਵਾਂਗੇ ਸਾਰੀਆਂ ਫੈਬਰਿਕ 'ਤੇ। ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਸੰਦੀਪ ਸ਼ਰਮਾ। ਲੁਧਿਆਣਾ ਦੀ ਇੰਡਸਟਰੀ, ਲੁਧਿਆਣਾ ਦਾ ਜਿਹੜਾ ਮਾਨਚੈਸਟਰ ਕਹਾਇਆ ਜਾਂਦਾ ਹੈ, ਤੁਹਾਨੂੰ ਦੱਸ ਦਈਏ ਕਿ ਜਿਹੜੀ ਲੁਧਿਆਣਾ ਦੀ ਚਾਲ ਹੈਗੀ ਆ ਉਹ ਹੌਜ਼ਰੀ ਇੰਡਸਟਰੀ 'ਤੇ ਹੀ ਚੱਲਦੀ ਹੈਗੀ ਆ। ਗੱਲ ਕਰਦੇ ਹਾਂ ਅੱਜ ਦੇ ਜਿਹੜੀ ਫੈਬਰਿਕਸ ਇੰਡਸਟਰੀ ਦਾ, ਟੈਕਸਟਾਈਲ ਇੰਡਸਟਰੀ ਜਿਹੜੀ ਕੁਛ ਮੁਸ਼ਕਲਾਂ ਆ ਰਹੀਆਂ, ਕੁਛ ਸਰਕਾਰ ਦੀ ਪਾਲਿਸੀ ਜਿਹੜੀ ਇੰਡਸਟਰੀ ਖੁਦ ਚਾਹੁੰਦੇ ਹੈਗੇ, ਇੰਡਸਟਰੀ ਜਿਹੜੇ ਉਦਯੋਗਪਤੀ ਚਾਹੁੰਦੇ ਵੀ ਕੋਈ ਅਗਰ ਸਰਕਾਰਾਂ ਕੁਛ ਇੰਡਸਟਰੀ ਦੀ ਪਾਲਿਸੀ ਨੂੰ ਬਦਲਦੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੰਡਸਟਰੀ ਵਾਪਸ ਆ ਸਕਦੀ ਹੈ। ਔਰ ਜਿਹੜੀ ਟੈਕਸਟਾਈਲ ਇੰਡਸਟਰੀ ਹੈ ਉਹ ਸੂਰਤ ਤੋਂ, ਯਾਨੀ ਕਿ ਗੁਜਰਾਤ ਜਿਹੜੀ ਸੂਰਤ ਸਭ ਤੋਂ ਵੱਡੀ ਟੈਕਸਟਾਈਲ ਇੰਡਸਟਰੀ ਬਣੀ, ਉਸ ਤੋਂ ਵੀ ਉੱਭਰ ਕੇ ਆ ਕੇ ਪੰਜਾਬ ਦੇ ਰੈਵਨਿਊ ਦੇ ਵਿੱਚ ਕਾਫੀ ਆਪਣਾ ਯੋਗਦਾਨ ਪਾ ਸਕਦੇ। ਇਸ ਸਾਰੇ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ ਅੱਜ ਫੈਬਰਿਕਸ ਮੈਨੂਫੈਕਚਰ ਐਸੋਸੀਏਸ਼ਨ ਇੰਡੀਆ ਦੇ ਪ੍ਰੈਜ਼ੀਡੈਂਟ ਰਮੇਸ਼ ਜਗੋਤਾ ਜੀ ਨਾਲ। ਆਓ ਗੱਲਬਾਤ ਕਰਦੇ ਹਾਂ। ਸਭ ਤੋਂ ਤੁਹਾਡਾ ਸਵਾਗਤ ਦੈਨਿਕ ਸਵੇਰਾ ਟੀਵੀ ਵਿੱਚ। ਮੈਂ ਰਮੇਸ਼ ਜਗੋਤਾ, ਆਮ ਪ੍ਰੈਜ਼ੀਡੈਂਟ ਆਲ ਇੰਡੀਆ ਫੈਬਰਿਕ ਮੈਨੂਫੈਕਚਰ ਐਸੋਸੀਏਸ਼ਨ। ਸਾਡੀ ਇੰਡਸਟਰੀ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੈਗੀਆਂ। ਬੇਸਿਕਲੀ ਸਾਡੀ ਜਿਹੜੀ ਇੰਡਸਟਰੀ ਆ ਇਹ ਅਸੀਂ ਫੈਬਰਿਕੇਟਰ ਕਰਦੇ ਆ ਸਾਰੀ ਹੌਜ਼ਰੀ ਇੰਡਸਟਰੀ ਨੂੰ, ਗਾਰਮੈਂਟ ਮੈਨੂਫੈਕਚਰਰਸ ਨੂੰ, ਆਲ ਓਵਰ ਇੰਡੀਆ ਅਸੀਂ ਕੇਟਰ ਕਰਦੇ ਆ। ਸਾਡੇ ਲੋਕਾਂ ਕੋਲ ਜ਼ਿਆਦਾ ਜਿਹੜੀਆਂ ਵੈਸੇ ਇੱਕ ਤਾਂ ਵੈਸੇ ਹੀ ਮੌਸਮ ਦੇ ਕਾਰਨ ਐਤਕੀ ਬਹੁਤ ਜ਼ਿਆਦਾ ਹੋਇਆ ਤੇ ਫੈਬਰਿਕ ਨਹੀਂ ਬਹੁਤ ਜ਼ਿਆਦਾ ਵਿਕ ਰਹੀਆਂ। ਦੂਸਰਾ ਕੁਛ ਰਿਸੈਸ਼ਨ ਬਾਹਰ यूरोप USA ਰਿਸੈਸ਼ਨ ਹੈ, ਉਹਦੇ ਕਰਕੇ ਵੀ ਥੋੜ੍ਹਾ ਜਿਹਾ ਸਲੋ ਡਾਊਨ ਹੈਗਾ। ਸਲੋ ਡਾਊਨ ਕਰਕੇ ਮਗਰ ਸਾਰਿਆਂ ਨਾਲੋਂ ਵੱਡਾ ਸਾਡੇ ਕੋਲ ਇੱਕ ਰੀਜ਼ਨ ਹੈ ਕਿ ਚਾਈਨਾ ਤੋਂ ਜਿਹੜਾ ਫੈਬਰਿਕ ਇੱਥੇ ਆਉਂਦਾ ਨਾ ਉਹ ਬੜਾ ਚੀਪ ਫੈਬਰਿਕ ਆਉਂਦਾ, ਪਲੱਸ ਲੋਕ ਬੜਾ ਗਲਤ ਤਰੀਕੇ ਦੇ ਨਾਲ ਉੱਥੋਂ ਇੰਪੋਰਟ ਕਰਦੇ ਆ। ਕੋਈ ਅੰਡਰ ਇਨਵਾਇਸ ਕਰ ਲੈਂਦੇ ਆ, ਕੋਈ ਕੁਛ ਕਰ ਲੈਂਦੇ ਆ, ਉਹ ਸਾਨੂੰ ਬਹੁਤ ਤੰਗ ਕਰ ਰਿਹਾ ਹੈਗਾ। ਤੁਸੀਂ ਅੰਡਰ ਇਨਵਾਇਸ ਦੀ ਗੱਲ ਕੀਤੀ ਹੈ ਕਿ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਆਪਾਂ ਇੰਪੋਰਟ ਕਰਾਉਂਦੇ ਹਾਂ, ਜਿਹੜਾ ਇੱਥੇ ਮਾਲ ਚਾਈਨਾ ਤੋਂ ਆਉਂਦਾ, ਕਿ ਉਹ ਮਟੀਰੀਅਲ ਕਿਸ ਲੈਵਲ 'ਤੇ ਹੈ, ਇਹਦੀ ਕੁਆਲਿਟੀ ਕੀ ਹੈ। ਔਰ ਅਗਰ ਅੰਡਰ ਇਨਵਾਇਸ ਆਉਂਦਾ ਅਤੇ ਸਰਕਾਰਾਂ ਵੱਲ ਕੀ ਉਹਦਾ ਬਿਲਕੁਲ ਉਹਦਾ ਧਿਆਨ ਨਹੀਂ ਹੁੰਦਾ ਜਾਂ ਸਰਵੇਲੈਂਸ ਨਹੀਂ ਹੁੰਦੀ ਚੀਜ਼ 'ਤੇ। ਇੱਦਾਂ ਸਰਕਾਰਾਂ ਧਿਆਨ ਤਾਂ ਦਿੰਦੀਆਂ ਮਗਰ ਇੰਨੀ ਜ਼ਿਆਦਾ ਵਾਸਟ ਹੁੰਦੀ ਹੈ ਇੰਪੋਰਟ, ਪਲੱਸ ਇੰਨੀਆਂ ਕਿ ਜ਼ਿਆਦਾ ਪੋਰਟਸ ਦੇ ਉੱਤੇ ਹੈਗਾ ਅਤੇ ਸਰਕਾਰ ਮਨਿਊਟਲੀ ਛੋਟੀ ਛੋਟੀ ਚੀਜ਼ ਨਹੀਂ ਦੇਖ ਪਾਉਂਦੀ। ਅਸੀਂ ਬਹੁਤ ਵਾਰੀ ਅਪਰੋਚ ਕੀਤਾ ਅਤੇ ਅੰਡਰ ਇਨਵਾਇਸ ਨਹੀਂ ਹਟ ਪਾਈ। ਲੋਕ ਮੋਸਟਲੀ ਜਿਹੜੇ ਟਰੇਡਰ ਹੈਗੇ ਆ ਇਹ ਇੰਪੋਰਟ ਕਰਦੇ ਆ, ਇਹ ਗਲਤ ਤਰੀਕੇ ਦੇ ਨਾਲ ਅੰਡਰ ਵੀ ਕਰ ਲੈਂਦੇ ਆ, ਮਿਸ ਡੈਕਲੇਰੇਸ਼ਨ ਵੀ ਹੁੰਦਾ, ਬਹੁਤ ਕੁਛ ਹੁੰਦਾ ਆ ਅਤੇ ਉਹਦੇ ਵਾਸਤੇ ਅਸੀਂ ਕਈ ਵਾਰੀ ਬਹੁਤ ਸੁਝਾਅ ਦਿੱਤੇ ਆ। ਹੁਣ ਵੀ ਪਿੱਛੇ ਅਸੀਂ ਮਿਲੇ ਆ ਕਾਮਰਸ ਮਿਨਿਸਟਰੀ,
ਅਸੀਂ ਉਹਨਾਂ ਨੂੰ ਸੁਝਾਅ ਦਿੱਤੇ ਆ ਵੀ ਜਾਂ ਤਾਂ ਤੁਸੀਂ ਸਾਰੀ ਜਿੰਨੀ ਫੈਬਰਿਕ ਆਉਂਦੇ ਆ ਉਹਦੇ ਉੱਤੇ 20 ਤੋਂ 25% ਡਿਊਟੀ ਕਰ ਦਿਓ। ਮਿਸ ਡੈਕਲੇਰੇਸ਼ਨ ਇਸ ਤਰ੍ਹਾਂ ਹੁੰਦਾ ਕਿ ਕਾਟਨ, ਉਹ ਕਹਿੰਦੇ ਕਾਟਨ ਸਸਤੀ ਆਈਟਮ ਹੈ, ਮਗਰ ਬਹੁਤ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਹੈਗੀਆਂ ਉਹਨੇ ਵੀ ਕਿਸੇ ਵੇਲੇ ਕਾਟਨ ਸਸਤੀ ਹੁੰਦੀ ਸੀ, ਇੱਕ ਆਮ ਜਨਤਾ ਦੀ ਆਈਟਮ ਹੁੰਦੀ ਸੀ। ਅੱਜ ਬਲਕਿ ਕਾਟਨ ਤਾਂ ਲਗਜ਼ਰੀ ਹੋ ਗਈ, ਠੀਕ ਹੈ। ਉਹਨਾਂ ਨੇ ਕਾਟਨ ਤੇ ਡਿਊਟੀ ਘੱਟ ਰੱਖੀ ਹੋਈ ਆ, ਪੋਲੀਸਟਰ ਤੇ ਜ਼ਿਆਦਾ ਆ, ਜਦ ਕਿ ਪੋਲੀਸਟਰ ਸਸਤਾ ਹੈ, ਕਾਟਨ ਮਹਿੰਗੀ ਆ। ਤੇ ਕਾਟਨ ਅਸੀਂ ਤਾਂ ਸੁਝਾਅ ਇਹੀ ਦਿੰਦੇ ਆ ਵੀ ਸਭ ਦੇ ਉੱਤੇ ਡਿਊਟੀ ਇੱਕੋ ਜਿਹੀ ਕਰ ਦਿਓ, 20-25% ਡਿਊਟੀ ਲੱਗੇ। ਜਿਹਦੇ ਨਾਲ ਦੂਸਰੀ ਚੀਜ਼ ਅਸੀਂ ਇਹ ਕਹਿੰਦੇ ਆ ਕਿ ਇਹਦੇ ਉੱਤੇ ਕੈਪ ਲਗਾ ਦਿੱਤੀ ਜਾਵੇ ਵੀ ਲੋਕ ਅੰਡਰ ਇਨਵਾਇਸ ਕਰਦੇ ਆ, ਮਿਨੀਮਮ ਵੀ ਡਿਊਟੀ ਜਿਹੜੀ ਆ 25% ਜਾਂ 100 ਰੁਪਏ ਕਿਲੋ ਲੱਗ ਗਈ। ਕੈਪ ਕੀਤੇ ਜਿਹੜੀ ਚਾਈਨਾ ਤੋਂ ਮਾਲ ਇੱਥੇ ਆਉਂਦਾ ਆ ਫੈਬਰਿਕਸ ਦਾ, ਉਹਦੇ ਕੈਪਿੰਗ ਕਰਦੇ ਹਾਂ। ਇੱਕ ਤਾਂ ਜ਼ਿਆਦਾ ਜਿੰਨਾ ਵੀ ਇਹੋ ਜਿਹਾ ਕੰਮ ਹੈ ਚਾਈਨਾ ਤੋਂ ਆਉਂਦਾ ਆ, ਉਹ ਘਟੀਆ ਕੁਆਲਿਟੀ ਹੁੰਦੀ ਆ, ਘਟੀਆ ਸਟਾਕ ਲਾਟ ਲੈ ਆਉਂਦੇ ਆ ਲੋਕ। ਔਰ ਦੂਸਰੀ ਚੀਜ਼ ਉਹ ਜਿਹੜਾ ਅਸੀਂ ਕੈਪ ਇਹ ਕਹਿੰਦੇ ਆ ਵੀ ਉਹਦੀ ਵੈਲਿਊ ਫਿਕਸ ਕਰਤੀ ਜਾਵੇ ਵੀ ਇੰਨੀ ਵੈਲਿਊ ਤੋਂ ਥੱਲੇ ਜਿਹੜਾ ਫੈਬਰਿਕ ਆਉਂਦਾ ਉਹ 'ਤੇ ਅਸੀਂ 25% ਡਿਊਟੀ ਲਵਾਂਗੇ ਜਾਂ 100 ਰੁਪਏ ਕਿਲੋ ਲਵਾਂਗੇ ਸਾਰੀਆਂ ਫੈਬਰਿਕ 'ਤੇ ਬਈ ਇਹ ਨਹੀਂ ਕਿ ਕਾਟਨ 'ਤੇ ਇੰਨੀ, ਪੋਲੀਸਟਰ 'ਤੇ ਇੰਨੀ। ਜਿਹੜੀ ਵੀ ਫੈਬਰਿਕ ਆਏਗੀ ਜਾਂ ਕੋਈ ਵੀ ਗਾਰਮੈਂਟ ਹੈ ਜਾਂ ਕੋਈ ਵੀ ਚੀਜ਼ ਹੈ ਉਹਦੇ ਉੱਤੇ ਇੱਕੋ ਜਿਹੀ ਡਿਊਟੀ ਕਰ ਦਿਓ ਵੀ 100 ਰੁਪਏ ਕਿਲੋ ਜਾਂ 25%, ਠੀਕ ਹੈ। ਜਿਹਦੇ ਨਾਲ ਅੰਡਰ ਇਨਵੋਇਸਿੰਗ ਦਾ ਕੰਮ ਹੀ ਖਤਮ ਹੋ ਜਾਵੇ। ਦੂਸਰੀ ਚੀਜ਼ ਅਸੀਂ ਇਹ ਸੁਜੈਸ਼ਨ ਦਿੱਤੀਆਂ ਸੀ ਵੀ ਇਹਦੀ ਨਾਲ ਟੈਸਟਿੰਗ ਕੀਤੀ ਜਾਵੇ ਵੀ ਜਿਹੜਾ ਚੀਪ ਫੈਬਰਿਕ ਔਰ ਹੈਲਥ ਦੇ ਅਗੇਂਸਟ ਨਾ ਕੋਈ ਚੀਜ਼ਾਂ ਆਉਣ, ਜਿੱਦਾਂ ਕੋਈ ਡਾਈਜ਼ ਗਲਤ ਯੂਜ਼ ਕਰਦੇ, ਉੱਥੇ ਸਾਰੇ ਸਸਤੀ ਚੀਜ਼ ਬਣਾਉਣ ਲਈ ਸਸਤੇ ਕੈਮੀਕਲ, ਸਸਤੀਆਂ ਡਾਈ ਯੂਜ਼ ਕਰਦੇ ਆ। ਉਹ ਗਵਰਨਮੈਂਟ ਨੇ ਸਾਡੀ ਸੁਜੈਸ਼ਨ ਮੰਨ ਲਈ ਆ। ਉਹਨਾਂ ਦਾ ਇੱਕ ਨੋਟੀਫਿਕੇਸ਼ਨ ਆ ਗਿਆ 2-3 ਦਿਨ ਪਹਿਲਾਂ ਹੀ, ਇੱਕ ਨੋਟੀਫਿਕੇਸ਼ਨ ਉਹਨਾਂ ਨੇ ਕੀਤਾ ਵੀ ਜਿੰਨਾ ਵੀ ਚਾਈਨਾ ਤੋਂ ਇੰਪੋਰਟ ਹੋਏਗੀ ਅਸੀਂ ਉਹਨੂੰ ਇਹ ਚੀਜ਼ ਟੈਸਟ ਕਰਾਂਗੇ ਕਿ ਕੋਈ ਹਾਜ਼ਰਡਸ ਮਟੀਰੀਅਲ ਉਹਦੇ ਵਿੱਚ ਨਾ ਆਵੇ। ਉਹ ਸੁਜੈਸ਼ਨ ਇੱਕ ਇਹਨਾਂ ਨੇ ਮੰਨੀ ਆ ਹਾਲੇ। ਬਾਕੀ ਵੀ ਅਸੀਂ ਉਹਨਾਂ ਦੇ ਸਰਕਾਰ ਦੇ ਮਗਰ ਹੈ ਵੀ ਬਾਕੀ ਵੀ ਸੁਜੈਸ਼ਨ ਮੰਨ ਕੇ ਐਟਲੀਸਟ ਚਾਈਨਾ ਤੋਂ ਜਿਹੜਾ ਮਾਲ ਆ ਰਿਹਾ ਉਹ ਨਾ ਆਵੇ ਇੱਥੇ। ਇੱਕ ਤਾਂ ਚਾਈਨਾ ਸਾਡੇ ਨਾਲ ਵੈਸੇ ਹੀ ਹਰ ਵੇਲੇ ਚਾਈਨਾ ਦੀ ਖੁੰਦਕ ਰਹਿੰਦੀ ਆ, ਸਾਨੂੰ ਤੰਗ ਕਰਦਾ, ਸਾਡੇ ਬਾਰਡਰਸ 'ਤੇ ਤੰਗ ਕਰਦਾ। ਅਤੇ ਫਿਰ ਕਿਉਂ ਅਸੀਂ ਆਪਣੀ ਲੇਬਰ ਨੂੰ ਕੰਮ ਦਈਏ, ਅਸੀਂ ਉਹਨਾਂ ਦੀ ਲੇਬਰ ਕਿਉਂ ਪਾਲੀਏ। ਅਸੀਂ ਉਹਨਾਂ ਜੇ ਸਪੋਜ਼ ਕਰੋ ਅਸੀਂ ਉਹਨਾਂ ਦੀ ਇੰਪੋਰਟ ਖੁੱਲ੍ਹੀ ਰੱਖਦੇ ਹਾਂ ਅਤੇ ਇਸ ਤਰੀਕੇ ਨਾਲ ਇੰਪੋਰਟ ਆਉਂਦੀ ਆ, ਅਸੀਂ ਬਜਾਏ ਇਸ ਦੇ ਆਪਣੀਆਂ ਫੈਕਟਰੀਆਂ ਚਲਾਉਣ ਲਈ ਉਹਨਾਂ ਦੀਆਂ ਫੈਕਟਰੀਆਂ ਚਲਾ ਰਹੇ ਆ, ਜਿਹੜਾ ਕਿ ਨੈਸ਼ਨਲ ਇੰਟਰਸਟ ਦੇ ਅਗੇਂਸਟ ਹੈ। ਅਤੇ ਪਲੱਸ ਮੇਕ ਇਨ ਇੰਡੀਆ ਤਦ ਹੀ ਹੋਏਗਾ ਜੇ ਇੱਥੇ ਮੇਡ ਇਨ ਇੰਡੀਆ ਆਊਗਾ, ਠੀਕ ਆ। ਮੇਡ ਇਨ ਇੰਡੀਆ ਤਾਂ ਫੈਕਟਰੀਆਂ 'ਚ ਹੀ ਹੋਣਾ ਨਾ। ਜੇ ਫੈਕਟਰੀਆਂ ਚੱਲਣਗੀਆਂ ਆਪਣੇ ਆਪ ਮੇਕ ਇਨ ਇੰਡੀਆ ਪ੍ਰਮੋਟ ਹੋਏਗਾ। ਸੋ ਸਾਡੀ ਤਾਂ ਸਰਕਾਰ ਅੱਗੇ ਇਹੀ ਰਿਕੁਐਸਟ ਹੈ ਵੀ ਅਸੀਂ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਇੱਕ ਸੁਜੈਸ਼ਨ ਮੰਨ ਕੇ ਇਹਨਾਂ ਨੇ ਇਹ ਤਾਂ ਕਰਤਾ ਵੀ ਅਸੀਂ ਟੈਸਟ ਕਰਾਂਗੇ, ਕੋਈ ਵੀ ਪ੍ਰੋਡਕਟ ਟੈਕਸਟਾਈਲ ਪ੍ਰੋਡਕਟ ਆਏਗਾ ਉਹਨੂੰ ਅਸੀਂ ਐਜੋ ਫ੍ਰੀ ਟੈਸਟ ਕਰਾਂਗੇ। ਇਹ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਕੀਤਾ। ਬਾਕੀ ਅੱਗੇ ਇਹ ਆ ਵੀ ਇਹ 'ਤੇ 25% ਡਿਊਟੀ ਕੀਤੀ ਜਾਵੇ, ਪਲੱਸ ਇਹ 'ਤੇ 100 ਰੁਪਏ ਕਿਲੋ ਲਗਾਤੀ ਜਾਵੇ, ਜਿਹਦੇ ਨਾਲ ਅੰਡਰ ਇਨਵਾਇਸ ਖਤਮ ਹੋ ਜੂਗੀ। ਕਿਸ ਤਰ੍ਹਾਂ ਤੁਸੀਂ ਇੱਕ ਮੇਜਰ ਬੜੀ ਇੱਕ ਗੱਲ ਤੁਸੀਂ ਦੱਸੀ ਵੀ ਜਿਹੜਾ ਚਾਈਨਾ ਤੋਂ ਜਿਹੜਾ ਮਾਲ ਆਉਂਦਾ ਹੈ, ਇੱਕ ਉਹਦੀ ਟੈਸਟਿੰਗ ਵਾਸਤੇ ਗੱਲ ਕੀਤੀ ਵੀ ਉਹ 'ਚ ਗਲਤ ਕੈਮੀਕਲਸ ਨਾ ਹੋਣ ਜਿਹੜੀ ਇਨਸਾਨੀ ਸਰੀਰ ਵਾਸਤੇ ਨੁਕਸਾਨਦੇਹ ਹੋ। ਕਿ ਮੋਸਟਲੀ ਇਹ ਬੜਾ ਮਸ਼ਹੂਰ ਹੈ ਚਾਈਨਾ ਵੀ ਹਰ ਸਸਤੀ ਚੀਜ਼ ਔਰ ਹਰ ਉਸ ਤਰ੍ਹਾਂ ਦੀ ਚੀਜ਼ ਬਣਾਉਣ ਵਾਸਤੇ ਵਾਇਰਸ, ਜਿੱਦਾਂ ਆਪਾਂ ਕੋਵਿਡ ਦੀ ਗੱਲ ਕੀਤੀ ਸੀ ਉਸ ਟਾਈਮ ਵੀ ਲੋਕਾਂ ਨੇ ਕਾਫੀ ਹਾਹਾਕਾਰ ਮਚਿਆ ਸੀ ਪੂਰੇ ਵਰਲਡ ਦੇ ਵੀ ਜਿਹੜਾ ਸਟਾਰਟ ਕੋਵਿਡ ਜਿਹੜਾ ਵੈਕਸੀਨ ਉੱਥੋਂ ਹੋਇਆ ਸੀ, ਉੱਥੋਂ ਚਾਈਨਾ ਸਟਾਰਟ ਹੋਇਆ ਸੀ, ਅਤੇ ਉਸ ਦਾ ਖਾਮਿਆਜਾ ਪੂਰੇ ਵਰਲਡ ਨੂੰ ਭੁਗਤਣਾ ਪਿਆ ਸੀ, ਖਾਸ ਕਰਕੇ ਕੁਛ ਏਸ਼ੀਆ ਜਿਹੜੇ ਕੰਟਰੀ ਸੀ। ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਵੀ ਕੀ ਸਰਕਾਰਾਂ ਜਿਹੜੇ ਤੁਸੀਂ ਗੱਲ ਕੀਤੀ ਹੈ, ਤੁਹਾਡੀ ਇੱਕ ਗੱਲ ਮੰਨੀ ਸਰਕਾਰ ਨੇ ਵੀ ਜਿਹੜੇ ਕੈਮੀਕਲਸ ਜਿਹੜੇ ਉੱਥੋਂ ਜਿਹੜੇ ਮਾਲ ਆਏਗਾ ਫੈਬਰਿਕਸ ਉਹਦੇ ਚੈੱਕ ਕੀਤਾ ਜਾਏਗਾ, ਕੀ ਲੱਗਦਾ ਸਰਕਾਰ ਅੱਗੇ ਤੋਂ ਵੀ ਉਸ ਨੂੰ ਚੀਜ਼ਾਂ ਨੂੰ ਬੈਨ ਕਰ ਸਕਦੀ ਹੈ? ਨਹੀਂ, ਦੇਖੋ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ, ਐਸਾ ਤਾਂ ਕੋਈ ਹੈ ਨਹੀਂ ਵੀ ਹਾਂ ਵੀ ਅਗਰ ਇੱਥੇ ਦੀ ਇੰਡਸਟਰੀ ਨੂੰ ਹੀ ਆਪਾਂ ਨੇ ਇੰਡਸਟਰੀ ਨੂੰ ਚਲਾਉਣਾ ਔਰ ਇੰਡਸਟਰੀ ਨੂੰ ਵਧਾਉਣਾ, ਅਤੇ
ਇਹੋ ਜਿਹੇ ਸਿਰੇ ਅਨਸਕਰੂਪਲਸ ਕੰਮ ਹੈ ਉਹਨੂੰ ਬੰਦ ਕਰਾਇਆ ਜਾਵੇ। ਅਗਰ ਉਹ ਬੰਦ ਕਰਾ ਦਿੰਦੀ ਹੈ, ਇੱਥੇ ਸਾਡੀ ਆਪਣੀ ਪਾਪੂਲੇਸ਼ਨ ਇੰਨੀ ਡੋਮੈਸਟਿਕ ਕੰਜ਼ੰਪਸ਼ਨ ਹੈ, ਉਹਨਾਂ ਨੂੰ ਅਸੀਂ ਕਿਉਂ ਪ੍ਰਮੋਟ ਕਰੀਏ। ਅਗਰ ਇਹ ਸੁਜੈਸ਼ਨ ਸਾਡੀਆਂ ਮੰਨ ਕੇ ਇਹ ਸੋਲਿਊਸ਼ਨ ਕਰ ਦਿੰਦੇ ਆ, ਡਿਊਟੀਜ਼ ਲਗਾ ਦਿੰਦੇ ਆ, ਜਿਹੜਾ ਇਹਨਾਂ ਨੇ ਕੀਤਾ ਇਹਦੇ ਨਾਲ ਕੀ ਹੋਏਗਾ, ਜਿਹੜਾ ਹੁਣ ਟੈਸਟਿੰਗ ਦਾ ਕੀਤਾ ਇਹਦੇ ਨਾਲ ਜਿਹੜੀਆਂ ਗਲਤ ਕੈਮੀਕਲ ਵਾਲੇ ਕੋਈ ਪ੍ਰੋਡਕਟ ਆਉਂਦੇ ਆ, ਫੋਰ ਐਗਜ਼ਾਮਪਲ ਕੋਈ ਫੈਬਰਿਕ ਪੋਲੀਸਟਰ ਦੀ ਆਉਂਦੀ ਆ, ਉਹਦੇ 'ਚ ਸਸਤੇ ਕੈਮੀਕਲ ਪਾ ਕੇ ਬਲੀਡਿੰਗ ਹੋ ਜਾਂਦੀ ਆ ਕੁਛ, ਉਹ ਰੁਕ ਜਾਏਗਾ। ਇਹ ਉਹਦੇ ਨਾਲ ਇਹ ਰੁਕੇਗਾ। ਜਿੰਨੇ ਸਾਰੇ ਗਲਤ ਮਟੀਰੀਅਲ ਆਉਂਦੇ ਸਾਰੀ ਚਾਈਨਾ ਤੋਂ ਆਉਂਦੇ ਆ, ਕਿਉਂ ਚਾਈਨਾ 'ਚ ਪ੍ਰੋਡਕਸ਼ਨਾਂ ਬੜੀਆਂ, ਉਹਨਾਂ ਦੇ ਕੋਈ ਮਾਲ ਬਚ ਗਏ ਤਾਂ ਵੀ ਉਹ ਇੱਥੇ ਵੇਚਦੇ ਆ, ਉਹਨਾਂ ਨੂੰ ਇੱਕ ਐਡੀ ਵੱਡੀ ਮਾਰਕੀਟ ਮਿਲ ਗਈ। ਪਲੱਸ ਜਿਹੜੇ ਇੱਥੇ ਦੇ ਟਰੇਡਰ ਆ ਉਹ ਵੀ ਅੰਡਰ ਵਰਕੇ ਕੁਛ ਨਾ ਕੁਛ ਕਰਕੇ ਉਹਦੇ ਨਾਲ ਕੀ ਹੁੰਦਾ, ਅਲਟੀਮੇਟਲੀ ਜਿਹੜੀ ਇੱਥੇ ਦੀ ਇੰਡਸਟਰੀ ਹਿੱਟ ਹੁੰਦੀ ਆ ਉਹਨੂੰ ਬਚਾਇਆ ਜਾ ਸਕਦਾ। ਸਮਾਲ ਸਕੇਲ ਇੰਡਸਟਰੀ ਉਹਨਾਂ ਵੀ ਕਾਫੀ ਨੁਕਸਾਨ ਹੁੰਦਾ ਹੈ। ਇੱਕ ਚੀਜ਼ ਤੁਸੀਂ ਦੇਖਦੇ ਹੋ, ਚਾਈਨਾ ਤੋਂ ਦੀ ਗੱਲ ਕਰਦੇ ਤੁਸੀਂ ਵੀ ਗੱਲ ਕੀਤੀ, ਬੜੀ ਅੱਛੀ ਸਾਨੂੰ ਵੀ ਲੱਗੀ ਹੈ। ਇੱਕ ਤਾਂ ਟੈਸਟਿੰਗ ਗੱਲ ਹੋ ਗਈ, ਇੱਕ ਮੇਕ ਇਨ ਇੰਡੀਆ, ਮੇਡ ਇਨ ਇੰਡੀਆ ਦੀ ਗੱਲ ਕੀਤੀ ਤੁਸੀਂ। ਅਗਰ ਕੀ ਖਾਸ ਕੀ ਫੈਬਰਿਕਸ ਹੈ ਉਹ ਜ਼ਿਆਦਾ ਹਿੰਦੁਸਤਾਨ 'ਚ ਪੈਦਾ ਹੁੰਦਾ ਜਾਂ ਚਾਈਨਾ 'ਚ ਪੈਦਾ ਹੁੰਦਾ, ਦੋਵਾਂ 'ਚ ਕੀ ਫਰਕ ਹੈ? ਨਹੀਂ, ਸਾਡੇ ਦੇਖੋ ਇਸ ਵੇਲੇ ਅਸੀਂ ਐਕਸਪੋਰਟ ਵੀ ਕਰਦੇ ਹਾਂ, ਐਸਾ ਨਹੀਂ ਹੈ ਕਿ ਸਾਡੀਆਂ ਕੁਆਲਿਟੀਆਂ ਖਰਾਬ ਹੈ, ਜਾਂ ਅਸੀਂ ਆਪਣੀ ਐਕਸਪੋਰਟ ਵੀ ਕਰਦੇ ਪਏ ਹਾਂ। ਸਾਡੀ ਐਕਸਪੋਰਟ ਜਦੋਂ ਚਾਈਨਾ ਦੀ ਪ੍ਰਾਈਸ ਦੇ ਮੁਤਾਬਕ ਜਿਹੜਾ ਇੰਪੋਰਟਰ ਅਗਰ ਇੰਗਲੈਂਡ UK 'ਚ ਜਾਂ ਯੂਰਪ 'ਚ ਇੰਪੋਰਟਰ ਹੈਗਾ ਉੱਥੋਂ ਵੀ ਲੈਂਦਾ, ਸਾਡੇ ਕੋਲ ਵੀ ਲੈ ਰਿਹਾ, ਇਹਦਾ ਮਤਲਬ ਸਾਡੀ ਵੀ ਕੁਆਲਿਟੀ ਠੀਕ ਹੈ। ਉਹਨਾਂ ਦੇ ਅਗਰ ਅਸੀਂ ਕਹਿੰਦੇ ਹਾਂ ਕਿ ਸਾਡੀ ਪ੍ਰਾਈਸ ਵੀ ਠੀਕ ਹੈ, ਇਹ ਤਾਂ ਲੋਕ ਕੀ ਕਰਦੇ ਆ, ਸਸਤੀ ਕਰਨ ਲਈ ਉੱਥੇ ਅੰਡਰ ਕਰਤਾ, ਪੈਸੇ ਹੱਥੋਂ ਦੇ ਦਿੱਤੇ, ਇਸ ਤਰੀਕੇ ਨਾਲ ਕਰਕੇ ਫਿਰ ਮਿਸ ਡਿਕਲੇਅਰ ਕਰਤਾ। ਪੋਲੀਸਟਰ ਵਾਲੇ ਕੱਪੜੇ ਕਾਟਨ ਫੈਬਰਿਕ 'ਚ ਲੈ ਆਉਂਦੇ ਆ, ਕਾਟਨ ਫੈਬਰਿਕ 'ਤੇ 10% ਡਿਊਟੀ ਆ, ਪੋਲੀਸਟਰ ਦੇ ਉੱਤੇ 22-24% ਡਿਊਟੀ ਆ। ਉਹ ਇਸ ਤਰੀਕੇ ਨਾਲ ਕਰਕੇ ਫਿਰ ਇਹ ਬੰਦ ਹੋ ਜਾਏਗਾ। ਅਗਰ ਅਸੀਂ 100 ਰੁਪਏ ਕਿਲੋ ਡਿਊਟੀ ਲਗਾ ਦਿੰਦੇ, ਕੈਪ ਲਗਾ ਦਿੰਦੇ ਆ, 25% ਸਾਰਿਆਂ 'ਤੇ ਕਰ ਦਿੰਦੇ ਆ, ਕਿਉਂਕਿ ਹੁਣ ਕੋਈ ਕਾਟਨ ਆਲ ਓਵਰ ਦਾ ਵਰਲਡ ਹੁਣ ਲਗਜ਼ਰੀ ਆਈਟਮ ਹੈ। ਕਾਟਨ ਮਹਿੰਗੀ ਆ, ਪੋਲੀਸਟਰ ਸਸਤਾ ਹੈ, ਅਤੇ ਅਸੀਂ ਉਹਦੇ 'ਤੇ ਡਿਊਟੀ ਕਿਉਂ ਸਸਤੀ ਰੱਖਦੇ ਆ। ਅੱਗੇ ਇਸ ਕਰਕੇ ਰੱਖਿਆ ਜਾਂਦਾ ਸੀ ਕਿ ਕਾਟਨ ਇੱਕ ਕਹਿੰਦੇ ਸੀਗੇ ਕਿ ਜਨਤਾ ਦੀ ਆਈਟਮ ਹੈ, ਠੀਕ ਆ। ਹੁਣ ਜਨਤਾ ਦੀ ਆਈਟਮ ਤਾਂ ਪੋਲੀਸਟਰ ਹੋ ਗਿਆ, ਸਾਰਿਆਂ ਨਾਲੋਂ ਸਸਤਾ ਪੋਲੀਸਟਰ ਹੈ। ਉਸਦੇ ਬਾਵਜੂਦ ਹੀ ਕਾਟਨ ਨੂੰ ਇਹਨਾਂ ਨੇ ਉਸ ਕੈਟੇਗਰੀ 'ਚ ਰੱਖਿਆ। ਅੱਛਾ, ਇਹ ਲੋਕ ਕੀ ਆ, ਇਹਨਾਂ ਨੂੰ ਫਿਰ ਮੌਕਾ ਮਿਲਦਾ, ਇਹ ਮਿਸ ਡਿਕਲੇਅਰ ਕਰਕੇ ਕੋਈ ਕਾਟਨ 'ਚ ਲੈ ਆਉਂਦਾ, ਕੋਈ ਦੂਸਰੇ ਮਤਲਬ ਕੋਈ ਨਿਟਡ ਕੱਪੜਾ, ਸਾਰੇ ਫੈਬਰਿਕ ਜਿੰਨੇ ਆ ਕੋਈ ਚਾਈਨਾ ਤੋਂ ਇੰਪੋਰਟ ਹੁੰਦੇ, ਸਭ 'ਤੇ ਇੱਕੋ ਜਿਹੀ ਡਿਊਟੀ ਕਰ ਦਿਓ 20 ਤੋਂ 25%, ਠੀਕ ਹੈ। ਪਲੱਸ ਉਹਦੇ ਉੱਤੇ ਇਹ ਕਰ ਦਿਓ ਵੀ ਹਾਂ ਵੀ ਅਸੀਂ ਮਿਨੀਮਮ ਇੰਨੀ ਡਿਊਟੀ ਲੈਣੀ ਆ। ਸਪੋਜ਼ ਕਰੋ 100 ਰੁਪਏ ਕਿਲੋ ਲੈਂਦੇ ਆ, ਠੀਕ ਆ, ਜਾਂ 25%, ਇਹਦਾ ਮਤਲਬ ਅਗਰ 400 ਰੁਪਏ ਕਿਲੋ ਦੀ ਕੋਈ ਚੀਜ਼ ਲਵਾਂਗੇ ਤਾਂ 100 ਰੁਪਏ ਲੱਗ ਗਈ, ਠੀਕ ਹੈ। ਉੱਤੇ ਜੋ ਇਹ ਮੰਗਵਾਉਂਦੇ ਆ, ਜਿੰਨੇ ਦੇ ਵਿੱਚੋਂ ਕਲੀਅਰ ਕਰਦੇ ਪਏ ਉਨਾ ਇੱਥੇ ਧਾਗੇ ਦਾ ਰੇਟ ਹੈ, ਅਤੇ ਕਿਆ ਬਣਵਾਈ ਲੱਗੀ ਨਹੀਂ, ਲੈ ਕੁਛ ਵੀ ਨਹੀਂ ਹੋਇਆ। ਇਸਦਾ ਨੁਕਸਾਨ ਇੰਡਸਟਰੀ ਨੂੰ। ਹਾਂ, ਦੂਜਾ ਅਸੀਂ ਇਹਨਾਂ ਨੇ ਕੀ ਕਰਦੇ ਆ, ਸਾਡੇ ਐਗਰੀਮੈਂਟ FTA ਐਗਰੀਮੈਂਟ ਸ਼੍ਰੀਲੰਕਾ ਨਾਲ, ਬੰਗਲਾਦੇਸ਼ ਨਾਲ ਹੈ, ਉੱਥੋਂ ਡਿਊਟੀ ਫਰੀ ਆ ਜਾਂਦਾ। ਇਹ ਕਰਦੇ ਆ ਕਿ ਉੱਥੇ ਫੈਬਰਿਕ ਉੱਥੇ ਭੇਜ ਦਿੰਦੇ ਆ, ਉੱਥੋਂ ਗਾਰਮੈਂਟ ਬਣ ਕੇ ਇੰਡੀਆ 'ਚ ਆ ਜਾਂਦੇ ਆ, ਉਹ ਡਿਊਟੀ ਫਰੀ ਆ ਜਾਂਦੇ ਆ। ਉਹ ਵੀ ਜਿੱਥੇ ਸਾਡੇ FTA ਐਗਰੀਮੈਂਟ ਇਹਨਾਂ ਨੇ ਕੀਤੇ ਆ, ਉੱਥੇ ਇਹ ਵਾਚ ਕੀਤਾ ਜਾਵੇ ਵੀ ਉਹਦਾ ਸਰਟੀਫਿਕੇਟ ਆਫ ਓਰੀਜਨ। ਇਹ ਅੱਜ ਇਕਨੋਮਿਕ ਟਾਈਮ 'ਚ ਇਹ ਵੀ ਸੀਗਾ ਕਿ ਗਵਰਨਮੈਂਟ ਕੰਸੀਡਰ ਕਰ ਰਹੀ ਆ ਵੀ ਜਿੰਨੇ FTA ਆ ਇਹਨੂੰ ਅਸੀਂ ਰਿਵਾਈਜ਼ ਕੀਤਾ ਜਾਵੇ, ਜਾਂ ਇਹਦੇ 'ਤੇ ਸਟ੍ਰਿਕਟ ਵਿਜੀਲੈਂਸ ਰੱਖੀ ਜਾਵੇ ਵੀ ਕੀ ਉੱਥੇ ਬਣ ਕੇ ਵੀ ਆਇਆ ਜਾਂ ਉੱਥੋਂ ਐਜ ਇਟ ਇਜ਼ ਚਾਈਨਾ ਤੋਂ ਆਇਆ, ਉਹਨਾਂ ਨੇ ਬੰਗਲਾਦੇਸ਼ ਦੇ ਥਰੂ ਆ ਗਿਆ, ਸ਼੍ਰੀਲੰਕਾ ਦੇ ਥਰੂ ਆ ਗਿਆ, ਜਾਂ ਨੇਪਾਲ ਦੇ ਥਰੂ ਆ ਗਿਆ। ਇਹਦੇ ਉੱਤੇ ਵੀ ਪੂਰਾ ਚੈੱਕ ਕੀਤਾ ਜਾਵੇ। ਪਲੱਸ ਜਿੰਨੇ ਵੀ ਇੱਥੇ ਫੋਰਨ ਬ੍ਰਾਂਡ ਦੇ ਸਟੋਰ ਆ ਰਹੇ ਆ, ਇਹ ਵੀ ਸਾਰੇ ਜਿਹੜੇ ਗਾਰਮੈਂਟ ਆ ਇਹ ਇੰਪੋਰਟ ਕਰਕੇ ਇੱਥੇ ਮਾਲ ਵੇਚਦੇ ਆ, ਇਹਨਾਂ 'ਤੇ ਵੀ ਕੋਈ ਕੰਡੀਸ਼ਨ ਲਗਾਈ ਜਾਵੇ। ਹਾਲਾਂਕਿ ਕੁਝ ਕੰਡੀਸ਼ਨਾਂ ਇਹਨਾਂ ਨੇ ਲਗਾਈਆਂ, ਇਹਨਾਂ 'ਤੇ ਵੀ ਵਾਚ ਕੀਤਾ ਜਾਵੇ ਵੀ ਇਹ ਵੀ ਅਗਰ ਇੰਪੋਰਟ ਕਰਕੇ ਇੱਥੇ ਵੇਚਣਾ
ਤੇ ਇੱਥੇ ਦੀਆਂ ਫੈਕਟਰੀਆਂ ਕਿੱਦਾਂ ਚੱਲਣਗੀਆਂ। ਇਹਨਾਂ ਦੇ ਉੱਤੇ ਕੰਡੀਸ਼ਨ ਲਗਾਈ ਜਾਵੇ ਵੀ 80% ਤੁਸੀਂ ਇੱਥੋਂ ਹੀ ਲੈਣਾ ਹੈ। ਤੁਸੀਂ ਇਹ ਜੋ ਗੱਲ ਕੀਤੀ ਸੀ ਵੀ ਕੁਛ ਜਿਹੜੇ ਇੱਦਾਂ ਦੇ ਲੋਕ ਜਿਹੜੇ FTA ਦੇ ਤੁਸੀਂ ਗੱਲ ਕੀਤੀ ਹੈ, ਜਿਹੜੇ ਚਾਈਨਾ ਤੋਂ ਮਾਲ ਮੰਗੇ ਬਾਇਆ ਨੇਪਾਲ ਜਾਂ ਸ਼੍ਰੀਲੰਕਾ ਤੋਂ ਇੱਥੇ ਇੰਡੀਆ ਲੈਂਦੇ, ਬੰਗਲਾਦੇਸ਼ ਹੋਣੀ, ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਵੀ ਇਸ ਵਿੱਚ ਆਪਣੇ ਇੰਡਸਟਰੀ ਦੇ ਲੋਕ ਵੀ ਕਾਫੀ ਗੁਨੇਗਾਰ ਵੀ ਇਸ ਮਾਮਲੇ ਜਿਹੜੇ ਇਹ ਮੋਸਟਲੀ ਟ੍ਰੇਡਰਸ ਹੁੰਦੇ ਆ। ਇੰਡਸਟਰੀ ਵਾਲਾ ਐਸਾ ਕੋਈ ਨਹੀਂ ਕਰਦਾ। ਟ੍ਰੇਡਰਸ ਨੁਕਸਾਨ ਕਰਦੇ ਮੋਸਟਲੀ ਟ੍ਰੇਡਰ ਹੁੰਦੇ ਆ ਜਿਹੜੇ ਸਾਡੇ ਹੀ, ਜਿੱਦਾਂ ਸਪੋਜ਼ ਕਰੋ ਅਸੀਂ ਫੈਬਰਿਕ ਵੇਚਦੇ ਆ, ਇੱਥੇ ਲੋਕ ਗਾਰਮੈਂਟ ਬਣਾ ਕੇ ਵੇਚਦੇ ਆ। ਉਹ ਗਾਰਮੈਂਟ ਜਿਹਨਾਂ ਨੂੰ ਵੇਚਦੇ ਆ ਉਹ ਲੋਕ ਇੱਦਾਂ ਇੰਪੋਰਟ ਕਰਕੇ ਲੈ ਆਉਂਦੇ ਆ, ਟ੍ਰੇਡਰ ਲਿਆ ਕੇ ਦੇ ਦਿੰਦੇ ਆ ਉਹਨਾਂ ਨੂੰ। ਉਹ ਵੀ ਨੁਕਸਾਨ ਪਹੁੰਚਾ ਰਹੇ ਆ ਉਹਨੂੰ ਵੀ। ਜਿੰਨੇ FTA ਅਸੀਂ ਕੀਤੇ ਆ, FTA ਦਾ ਮਤਲਬ ਬੈਨੀਫਿਟ ਟੂ ਬੋਥ ਦਾ ਕੰਟਰੀਜ਼। ਅਗਰ ਵਨ ਸਾਈਡਡ ਹੈ ਤਾਂ ਉਹ ਗਲਤ ਹੈ। ਅਗਰ ਉਹਨਾਂ ਨੇ ਚਾਈਨਾ ਤੋਂ ਹੀ ਲਿਆ ਕੇ ਫੈਬਰਿਕ ਲਿਆਂਦੀ ਜਾਂ ਐਜ਼ ਇਟ ਇਜ਼ ਗਾਰਮੈਂਟ ਲਿਆਂਦੇ ਉਹੀ ਇੱਥੇ ਐਕਸਪੋਰਟ ਕਰਤੇ, ਉਹ ਗਲਤ ਹੈ। ਉਹਦੇ ਉੱਤੇ ਵੀ ਵਾਚ ਕੀਤਾ ਜਾਵੇ ਔਰ ਉਹਨੂੰ ਵੀ ਬੰਦ ਕੀਤਾ ਜਾਵੇ। ਤੁਸੀਂ ਐਜ਼ ਏ ਪ੍ਰੈਜ਼ੀਡੈਂਟ ਹੋ ਫੈਬਰਿਕਸ ਮੈਨੂਫੈਕਚਰ ਆਲ ਇੰਡੀਆ ਦੇ, ਕੀ ਲਾਸਟ ਜਾਂਦੇ ਜਾਂਦੇ ਕੀ ਮੈਸੇਜ ਹੈ ਆਪਣੀ ਖਾਸ ਕਰਕੇ ਫੈਬਰਿਕਸ ਦੀ ਟੈਕਸਟਾਈਲ ਦੀ ਇੰਡਸਟਰੀ ਵਾਸਤੇ, ਉਹਨਾਂ ਟ੍ਰੇਡਰਾਂ ਵਾਸਤੇ ਵੀ ਜਿਹੜੇ ਇਸ ਤਰ੍ਹਾਂ ਦੇ ਹਟਕੰਡੇ ਅਪਣਾ ਕੇ ਆਪਣੀ ਇੰਡਸਟਰੀ ਨੂੰ ਥੱਲੇ ਲਗਾਉਂਦੇ ਆ, ਜਾਂ ਸਰਕਾਰਾਂ ਵਾਸਤੇ ਤੁਹਾਡਾ ਕੀ ਅੱਗੇ ਹੋਰ ਐਡਵਾਈਸ ਹੈ? ਦੇਖੋ ਅੱਜ ਇਹ ਤਾਂ ਮੋਦੀ ਜੀ ਲੱਗੇ ਹੋਏ ਆ, ਇਸ ਵੇਲੇ ਕਰ ਰਹੇ ਆ। ਸਾਰਾ ਸੈਂਟੀਮੈਂਟਸ ਆਲ ਓਵਰ ਦਾ ਵਰਲਡ ਜਿਹੜਾ ਨਾ ਉਹ ਵੀ ਸੈਂਟੀਮੈਂਟ ਚਾਈਨਾ ਦੇ ਐਂਟੀ ਹੈ। ਅਤੇ ਚਾਈਨਾ ਹੀ ਸਾਰੇ ਕਿਤੇ ਸਾਰੇ ਦੁਨੀਆ ਦੇ ਵਿੱਚ ਇਹੋ ਜਿਹੇ, ਜਿੱਦਾਂ ਉਹਨੇ ਕਰੋਨਾ ਹੀ ਫੈਲਾਇਆ, ਇੱਥੇ ਉਹਨਾਂ ਨੇ ਉਸ ਵੇਲੇ ਸਾਨੂੰ PP ਕਿੱਟ ਚਾਹੀਦੀ ਸੀ, ਅਸੀਂ PP ਕਿੱਟ ਉੱਥੋਂ ਸਰਕਾਰ ਨੇ ਮੰਗਾਈ, ਸਾਰੀ ਖਰਾਬ ਆ ਗਈ, ਉਹ ਯੂਜ਼ ਨਹੀਂ ਹੋਈ। ਸਾਡੇ ਇੰਡੀਆ 'ਚ ਹਰ ਚੀਜ਼ ਡਿਵੈਲਪ, ਅਸੀਂ ਲੋਕਾਂ ਨੇ ਇੱਥੇ PP ਕਿੱਟ ਡਿਵੈਲਪ ਕੀਤੀ ਸੀ। ਉਸ ਵੇਲੇ ਇੰਡਸਟਰੀ ਨੇ ਬਹੁਤ ਕੋਆਪਰੇਟ ਕੀਤਾ ਸੀ ਔਰ ਅਸੀਂ ਖੁਦ ਬਣਾਈ ਸੀ। ਔਰ ਇੱਥੇ ਇੰਡੀਆ 'ਚ ਸਭ ਕੁਝ ਹੋ ਸਕਦਾ। ਹੁਣ ਇੱਥੇ ਮੋਬਾਈਲ ਇੱਥੇ ਮੈਨੂਫੈਕਚਰਿੰਗ ਹੋ ਰਹੀ ਆ, ਸਭ ਕੁਝ ਹੋ ਰਿਹਾ। ਕਿਉਂ ਨਹੀਂ ਅਸੀਂ ਆਪਾਂ ਇਹਨੂੰ ਪ੍ਰੋਤਸਾਹਨ ਦਿੰਦੇ ਆ ਵੀ ਇੱਥੇ ਇੰਡਸਟਰੀ ਵਧੇ। ਇਹ ਇੰਡਸਟਰੀ ਤਦ ਹੀ ਬਣੇਗੀ, ਆਪਾਂ ਕਹਿੰਦੇ ਮੇਕ ਇਨ ਇੰਡੀਆ। ਮੇਕ ਇਨ ਇੰਡੀਆ ਤਦ ਹੋਏਗਾ ਜੇ ਮੇਡ ਇਨ ਇੰਡੀਆ ਹੋਏਗਾ। ਅਸੀਂ ਸਾਰਿਆਂ ਨੂੰ ਇਹੀ, ਬਾਕੀ ਇਹਨਾਂ ਨੂੰ ਅਸੀਂ ਟ੍ਰੇਡਰਸ ਨੂੰ ਕਹਿੰਦੇ ਆ ਫॉर ਦੀ ਨੈਸ਼ਨਲ ਇੰਟਰਸਟ ਇੱਦਾਂ ਦੇ ਕੰਮ ਮਤ ਕਰੋ, ਇੱਦਾਂ ਦੇ ਮਟੀਰੀਅਲ ਨਾ ਲੈ ਕੇ ਆਓ। ਇੱਥੇ ਸਾਡੀ ਲੇਬਰ ਜਿਹੜੀ ਆ, ਇੱਥੇ ਕਰੋੜਾਂ ਬੰਦੇ ਆ, ਅਸੀਂ ਕਹਿੰਦੇ ਆ ਜੀ ਇੱਥੇ ਬੇਰੁਜ਼ਗਾਰੀ, ਇੱਥੇ ਖੁਸ਼ਹਾਲੀ ਆਵੇ ਜਿਹਦੇ ਨਾਲ ਅਸੀਂ ਇੱਥੇ ਦੀ ਲੇਬਰ ਨੂੰ ਕੰਮ ਮਿਲੇ, ਇੱਥੇ ਦੀ ਲੇਬਰ ਕੰਮ ਕਰੇ, ਨਾ ਕਿ ਅਸੀਂ ਉਹਨਾਂ ਦੀ ਲੇਬਰ ਵਾਸਤੇ ਅਸੀਂ ਕੰਮ ਕਰੀਏ। ਇੰਡੀਆ ਅੱਗੇ ਹੋਰ ਵਧੇ। ਇਸ ਵੇਲੇ ਅਸੀਂ ਇੰਟਰਨੈਸ਼ਨਲੀ ਬਹੁਤ ਸਟਰੋਂਗ ਹੋ ਗਏ ਹਾਂ। ਅਸੀਂ ਹੋਰ ਸਟਰੋਂਗ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਚਾਈਨਾ ਦਾ ਜਿਹੜਾ ਆ ਵੀ ਰਿਹਾ ਇਹਨੂੰ ਵੀ ਯੂਜ਼ ਕਰਨਾ ਹੀ ਬੰਦ ਕਰ ਦਿਓ, ਜਿਹਦੇ ਨਾਲ ਕੀ ਹੈ ਕਿ ਅਸੀਂ ਆਪਣਾ ਸਵਦੇਸ਼ੀ ਚੀਜ਼ਾਂ ਦੇ ਮਗਰ ਜਾਈਏ। ਪਲੱਸ ਇਹ ਜਿਹੜੇ ਟ੍ਰੇਡਰ ਹੈ ਇਹਨਾਂ ਨੂੰ ਵੀ ਮੇਰੀ ਇਹੀ ਸੁਜੈਸ਼ਨ ਹੈ ਕਿ ਇਹ ਬੰਦ ਕਰ ਦਿਓ। ਕੱਲ੍ਹ ਨੂੰ ਸਰਕਾਰ ਵੀ ਤੁਹਾਡੇ ਕੋਲ ਐਕਸ਼ਨ ਲੈਗੀ, ਕੋਈ ਫਾਇਦਾ ਨਹੀਂ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸਾਰਾ ਇੰਡਸਟਰੀ ਵਾਸਤੇ ਖਾਸ ਫੈਬਰਿਕਸ ਜਿਹੜੇ ਤੁਸੀਂ ਇੰਨਾ ਕੁਛ ਸਰਕਾਰ ਅੱਗੇ ਮੁੱਦਾ ਉਠਾਇਆ, ਔਰ ਖਾਸ ਕਰਕੇ ਜਿਹੜੇ ਚਾਈਨਾ ਦਾ ਜਿਹੜਾ ਮਾਲ ਇੰਪੋਰਟ ਹੁੰਦਾ ਉਹਦੀ ਖਾਸ ਜਿਹੜੇ ਕੈਮੀਕਲਸ ਦੀ ਗੱਲ ਕੀਤੀ, ਉਹਦੀ ਟੈਸਟਿੰਗ ਵਾਸਤੇ ਸਰਕਾਰ ਨੂੰ ਤੁਸੀਂ ਆਵਾਜ਼ ਚੁੱਕੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਸੋ ਇਹ ਸਨ ਪ੍ਰੈਜ਼ੀਡੈਂਟ ਫੈਬਰਿਕਸ ਆਲ ਇੰਡੀਆ ਫੈਬਰਿਕਸ ਮੈਨੂਫੈਕਚਰ ਦੇ ਪ੍ਰੈਜ਼ੀਡੈਂਟ ਰਮੇਸ਼ ਜਗਹੋਤਾ ਜੀ। ਇੱਕ ਜਿਹੜੀ ਫੈਬਰਿਕਸ ਹੈ ਚਾਈਨਾ ਤੋਂ ਜਿਹੜਾ ਇੰਪੋਰਟ ਹੁੰਦਾ ਫੈਬਰਿਕਸ ਦੀ ਗੱਲ, ਖਾਸ ਫੈਬਰਿਕ ਮੈਂ ਗੱਲ ਕਰ ਰਿਹਾ। ਇੱਕ ਇਹਨਾਂ ਨੇ ਆਵਾਜ਼ ਉਠਾਈ ਸਰਕਾਰ ਅੱਗੇ, ਜਿਨ੍ਹਾਂ ਵਿੱਚ ਸਰਕਾਰ ਨੇ ਇਹਨਾਂ ਦੀ ਇੱਕ ਗੱਲ ਮੰਨ ਲਈ ਹੈਗੀ ਹੈ, ਅਤੇ ਜਿਹੜਾ ਮਾਲ ਫੈਬਰਿਕਸ ਚਾਈਨਾ ਤੋਂ ਇੰਡੀਆ ਆਉਂਦਾ ਉਹਦੀ ਵਗੈਰਾ ਟੈਸਟਿੰਗ ਹੋ ਜਾਏਗੀ, ਤਾਂ ਕਿ ਉਸ ਜਿਹੜੇ ਫੈਬਰਿਕ ਵਿੱਚ ਕੋਈ ਇੱਦਾਂ ਦਾ ਕੈਮੀਕਲਸ ਤਾਂ ਨਹੀਂ ਜਿਹੜਾ ਸਾਡੇ ਡਾਈਸ ਕੈਮੀਕਲਸ ਹਨ ਜਿਹੜੇ ਸਾਡੇ ਹਿਊਮਨ ਬਾਡੀ ਵਾਸਤੇ ਜਿਹੜਾ ਹਾਨੀਕਾਰਕ ਹੋਵੇ। ਇਸ ਦੇ ਨਾਲ ਡਿਊਟੀ ਦੀ ਗੱਲ ਕੀਤੀ ਹੈ, ਅਗਰ ਕੈਪਿੰਗ ਦੀ ਗੱਲ ਕੀਤੀ ਹੈ, ਅਗਰ ਉਸ ਮਾਲ ਦੇ ਉੱਪਰ 25% ਸਰਕਾਰ ਪੈਰਲਲ ਸਭ 'ਤੇ, ਚਾਹੇ ਕਾਟਨ ਹੋਵੇ ਚਾਹੇ ਪੋਲੀਸਟਰ ਹੋਵੇ, ਕੋਈ ਹਰ ਤਰ੍ਹਾਂ ਦੀ ਫੈਬਰਿਕ ਦੇ ਉੱਪਰ ਬਰਾਬਰ ਇਕੁਅਲ ਉਹ ਡਿਊਟੀ ਲਗਾਉਂਦੀ ਹੈ, ਤਾਂ ਕਿਤੇ ਨਾ ਕਿਤੇ ਜਿਹੜਾ ਇੰਪੋਰਟ ਮਾਲ ਚਾਈਨਾ ਤੋਂ ਆਉਂਦਾ ਉਸ 'ਤੇ ਥੋੜ੍ਹੀ ਠੱਲ ਪੈ ਸਕਦੀ ਹੈ, ਔਰ ਜਿਹੜੇ ਲੋਕ ਹੈ ਉਹ ਬਰਾਬਰ ਜਿਹੜੇ
ਟ੍ਰੇਡਰਸ ਹੈਗੇ ਉਹਨਾਂ ਨੂੰ ਖਾਸ ਟ੍ਰੇਡਰ ਦੀ ਗੱਲ ਮੈਂ ਇੱਕ ਉਠਾਉਣਾ ਵੀ ਟ੍ਰੇਡਰ ਜਿਹੜੇ ਆਪਣੇ ਫਾਇਦੇ ਵਾਸਤੇ ਜਿਹੜੇ ਚਾਈਨਾ ਨੂੰ ਸਪੋਰਟ ਕਰਦੇ ਆ ਕਿਤੇ ਨਾ ਕਿਤੇ ਆਪਣੇ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਦੇ ਪਿੱਛੇ ਉਸ ਗੱਲ ਨੂੰ ਸਮਝਦੇ ਨਹੀਂ ਕਿਉਂਕਿ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਹਰ ਚੀਜ਼ ਪੋਸੀਬਲ ਜਿੱਦਾਂ ਰਮੇਸ਼ ਜੀ ਨੇ ਗੱਲ ਕੀਤੀ ਹੈ ਵੀ ਜਦੋਂ ਕਰੋਨਾ ਦਾ ਸਮੇਂ ਸੀ ਤਾਂ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਪੀਪੀ ਕਿੱਟ ਬਣੀ ਆ ਇਸ ਦੇ ਨਾਲ ਹੀ ਕਰੋਨਾ ਵੈਕਸੀਨ ਵੀ ਆਪਣੇ ਹਿੰਦੁਸਤਾਨ ਦੇ ਵਿੱਚ ਇਜਾਦ ਹੋਈ ਸੀ ਤਾਂ ਕਿਉਂ ਨਾ ਅਸੀਂ ਸਾਰੇ ਫੈਬਰਿਕ ਟੈਕਸਟਾਈਲ ਇੰਡਸਟਰੀ ਮਿਲ ਕੇ ਚਾਹੇ ਉਹ ਟ੍ਰੇਡਰ ਕਿਉਂ ਨਾ ਹੋਣ ਮਿਲ ਕੇ ਅੱਜ ਇੱਕ ਹੱਥ ਫੜ ਕੇ ਚਾਈਨਾ ਦੇ ਮਾਲ ਨੂੰ ਥੋੜ੍ਹਾ ਇਗਨੋਰ ਕਰਕੇ ਆਪਣੇ ਮੇਕ ਇਨ ਇੰਡੀਆ ਤਾਂ ਹੀ ਬਣੂਗਾ ਅਗਰ ਮੇਡ ਇਨ ਇੰਡੀਆ ਹੋ ਜਾਏਗਾ। ਤੋ ਅਸੀਂ ਵੀ ਸੈਲੂਟ ਕਰਦੇ ਜਿਹਨਾਂ ਨੇ ਟੈਕਸਟਾਈਲ ਦੀ ਇੰਡਸਟਰੀ ਵਾਸਤੇ ਰਮੇਸ਼ ਜੀ ਨੇ ਸਰਕਾਰ ਅੱਗੇ ਆਪਣੀ ਆਵਾਜ਼ ਉਠਾਈ ਜਿੱਥੇ ਸਰਕਾਰ ਨੇ ਇਸ ਵੱਲ ਬਹੁਤ ਸੀਰੀਅਸ ਹੁੰਦੇ ਗੱਲ ਮੰਨੀ ਹੈ ਤੇ ਇੱਕ ਗੱਲ ਨੂੰ ਉਹਨਾਂ ਨੇ ਇੰਪਲੀਮੈਂਟ ਵੀ ਸ਼ੁਰੂ ਕਰ ਦਿੱਤਾ ਇਸ ਦੇ ਨਾਲ ਹੀ FTA ਦੀ ਗੱਲ ਕੀਤੀ ਜਿਹੜਾ ਟ੍ਰੇਡਰ ਚਾਈਨਾ ਤੋਂ ਮਾਲ ਲਿਆ ਕੇ ਬਾਇਆ ਬੰਗਲਾਦੇਸ਼ ਔਰ ਸ਼੍ਰੀਲੰਕਾ ਥਾਣੀ ਇੰਡੀਆ ਲੈ ਕੇ ਆਉਂਦੇ ਉਹ ਵੀ ਇਸ ਬਾਰੇ ਸੋਚਣ ਔਰ ਵਿਜੀਲੈਂਸ ਸਰਕਾਰ ਨੇ ਚਾਹੁੰਦੇ ਵੀ ਸਰਕਾਰ ਉਹਦੇ 'ਤੇ ਵਿਜੀਲੈਂਸ ਇੱਕ ਨਜ਼ਰ ਰੱਖੇ ਤਾਂ ਕਿ ਜਿਹੜੇ ਇੱਦਾਂ ਦੇ ਲੋਕ ਹੈ ਜਿਹੜੇ ਚਾਈਨਾ ਨੂੰ ਮਾਰਕੀਟ ਨੂੰ ਥੋੜ੍ਹੀ ਅੱਗੇ ਵਧਾਉਂਦੇ ਆ ਥੋੜ੍ਹੀ ਠੱਲ ਪੈ ਸਕੇ। ਕਿਤੇ ਨਾ ਕਿਤੇ ਰਮੇਸ਼ ਜੀ ਵੱਲੋਂ ਜਿਹੜਾ ਇੱਕ ਕਦਮ ਉਠਾਇਆ ਗਿਆ ਟੈਕਸਟਾਈਲ ਇੰਡਸਟਰੀ ਦੇ ਇੱਕ ਸ਼ਲਾਘਾਯੋਗ ਕੰਮ ਹੈ ਤੇ ਆਓ ਮਿਲ ਕੇ ਜਿਹੜੀ ਟੈਕਸਟਾਈਲ ਇੰਡਸਟਰੀ ਆ ਇਹਨਾਂ ਨਾਲ ਮਿਲ ਕੇ ਇੱਕ ਹੋਰ ਉਪਰਾਲਾ ਕਰਕੇ ਟੈਕਸਟਾਈਲ ਇੰਡਸਟਰੀ ਨੂੰ ਬਚਾਉਣ ਵਾਸਤੇ ਹੋਰ ਸਾਥ ਦੇ ਕੇ ਸਰਕਾਰਾਂ ਅੱਗੇ ਇਹਨਾਂ ਦੀ ਆਵਾਜ਼ ਹੋਰ ਨੂੰ ਬੁਲੰਦ ਕਰੀਏ। ਕੈਮਰਾਮੈਨ ਬੌਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ TV, ਲੁਧਿਆਣਾ।